ਇਹ ਆਕਾਸ਼ਵਾਣੀ ਜਲੰਧਰ ਹੈ। ਖਬਰਾਂ ਦੇ ਸਮੇਟਣ ਦੇ ਨਾਲ ਮੈਂ ਅਵਤਾਰ ਸਿੰਘ ਢਿੱਲੋਂ। ਸਭ ਤੋਂ ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀ ਨਗਰ ਗੁਜਰਾਤ ਵਿੱਚ ਸੈਮੀਕੌਨ ਇੰਡੀਆ 2023 ਸੰਮੇਲਨ ਦਾ ਉਦਘਾਟਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਸੈਮੀ ਕੰਡਕਟਰ ਸਨਅਤ ਨੂੰ ਭਾਰਤ ਵਿੱਚ ਵੱਡੇ ਪੱਧਰ ਤੇ ਹੁਨਰ ਹੋਣ ਕਰਕੇ ਇਸ ਵਿੱਚ ਵਿਸ਼ਵਾਸ ਹੈ। ਚੇਨਈ ਵਿੱਚ ਚੌਗਿਰਦੇ ਤੇ ਜਲਵਾਯੂ ਨਿਰੰਤਰਤਾ ਕਾਰਜ ਸਮੂਹ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪੈਰਿਸ ਸਮਝੌਤੇ ਤਹਿਤ ਕਾਰਵਾਈਆਂ ਵਧਾਉਣ ਦੀ ਮੰਗ ਕੀਤੀ ਹੈ। ਮਣੀਪੁਰ ਹਿੰਸਾ ਦੇ ਮੁੱਦੇ ਤੇ ਹੰਗਾਮੇ ਦੌਰਾਨ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਰਾਕ ਦੇ ਬਗਦਾਦ ਵਿੱਚ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸਾਹਿਬ ਦੀ ਮੁੜ ਉਸਾਰੀ ਲਈ ਭਾਰਤ ਸਰਕਾਰ ਨੂੰ ਪੱਤਰ ਲਿਖੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅੱਜ ਵਿਸ਼ਵ ਦੀ ਸੈਮੀ ਕੰਡਕਟਰ ਸਨਅਤ ਲਈ ਇੱਕ ਸ਼ਕਤੀਸ਼ਾਲੀ ਊਰਜਾ ਸੰਚਾਲਕ ਵਜੋਂ ਉੱਭਰਿਆ ਹੈ। ਅੱਜ ਗਾਂਧੀ ਨਗਰ ਵਿੱਚ ਸੈਮੀਕੌਨ ਇੰਡੀਆ 2023 ਸੰਮੇਲਨ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਨੇ ਆਲਮੀ ਪ੍ਰਾਈਵੇਟ ਧਿਰਾਂ ਨੂੰ ਭਾਰਤ ਦੀ ਸੈਮੀ ਕੰਡਕਟਰ ਸਨਅਤ ਵਿੱਚ ਪੂੰਜੀਕਾਰੀ ਕਰਨ ਦੇ ਸਹੀ ਮੌਕੇ ਦਾ ਫਾਇਦਾ ਉਠਾਉਣ ਦੀ ਅਪੀਲ ਕੀਤੀ। ਇਹ ਕਹਿੰਦਿਆਂ ਕਿ ਚੌਥੀ ਸਨਅਤੀ ਕ੍ਰਾਂਤੀ ਦੀ ਬੁਨਿਆਦ ਭਾਰਤੀ ਉਮੀਦਾਂ ਨਾਲ ਜੁੜੀ ਹੋਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਥਿਰ ਜ਼ਿੰਮੇਵਾਰ ਸੁਧਾਰਮੁਖੀ ਸਰਕਾਰ ਤੇ ਵਿਸ਼ਾਲ ਪ੍ਰਤਿਭਾ ਨੇ ਭਾਰਤ ਨੂੰ ਮਹਾਮਾਰੀ ਤੋਂ ਬਾਅਦ ਆਲਮੀ ਸਪਲਾਈ ਚੇਨ ਵਿੱਚ ਇੱਕ ਭਰੋਸੇਯੋਗ ਭਾਈਵਾਲ ਬਣਾਇਆ ਹੈ। ਜੀਵੰਤ ਸੈਮੀ ਕੰਡਕਟਰ ਸਿਲਸਿਲਾ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਤਕਨਾਲੋਜੀ ਧਿਰਾਂ ਨੂੰ 50% ਮਾਲੀ ਸਹਾਇਤਾ ਦੇ ਰਹੀ ਹੈ ਜੋ ਦੇਸ਼ ਵਿੱਚ ਸੈਮੀ ਕੰਡਕਟਰ ਨਿਰਮਾਣ ਸਥਾਪਿਤ ਕਰਨਾ ਚਾਹੁੰਦੀਆਂ ਨੇ। ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਕਿਹਾ ਕਿ ਸਨਅਤ ਪੱਖੀ ਨੀਤੀਆਂ ਤੇ ਬੁਨਿਆਦੀ ਢਾਂਚਾ ਵਿਕਾਸ ਗੁਜਰਾਤ ਨੂੰ ਸੈਮੀ ਕੰਡਕਟਰ ਸੈਕਟਰ ਲਈ ਸਭ ਤੋਂ ਵਧੀਆ ਮੰਜ਼ਿਲ ਬਣਾਉਂਦਾ ਹੈ। ਕੇਂਦਰੀ ਸੂਚਨਾ ਤੇ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਵਿਸ਼ਵ ਪੱਧਰ ਤੇ ਸੈਮੀ ਕੰਡਕਟਰ ਸਨਅਤ ਦੀ ਵਿਸ਼ਾਲ ਸੰਭਾਵਨਾ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਦੇਸ਼ ਵਿੱਚ ਸੈਮੀ ਕੰਡਕਟਰ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕੇ ਨੇ। ਉਨ੍ਹਾਂ ਕਿਹਾ ਕਿ ਸੈਮੀ ਕੰਡਕਟਰ ਮਹਾਰਥੀਆਂ ਨਾਲ ਹਾਲ ਹੀ ਦੇ 3 ਸਮਝੌਤਿਆਂ ਨਾਲ ਭਾਰਤ ਨੂੰ ਆਉਣ ਵਾਲੇ ਦਿਨਾਂ ਵਿੱਚ ਸੈਮੀ ਕੰਡਕਟਰ ਕੇਂਦਰ ਵਜੋਂ ਉਭਰਨ ਵਿੱਚ ਮਦਦ ਮਿਲੇਗੀ। ਸੈਮੀ ਕੰਡਕਟਰਾਂ ਦੇ ਖੇਤਰ ਵਿੱਚ ਭਾਰਤ ਦੀ ਸੈਮੀ ਕੰਡਕਟਰ ਨੀਤੀ ਤੇ ਵਿਕਾਸ ਨੂੰ ਪ੍ਰਦਰਸ਼ਨ ਕਰਨ ਲਈ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੁਆਰਾ 3 ਦਿਨਾਂ ਸੰਮੇਲਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਦਘਾਟਨੀ ਸਮਾਰੋਹ ਵਿੱਚ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰ ਸ਼ੇਖਰ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਧਰਤੀ ਮਾਂ ਦੀ ਰਾਖੀ ਤੇ ਸੰਭਾਲ ਨੇ ਦੇਸ਼ ਵਿੱਚ ਜਲਵਾਯੂ ਸੰਬੰਧੀ ਕਦਮ ਉਠਾਏ ਜਾਣ ਦਾ ਰੂਪ ਲੈ ਲਿਆ ਹੈ। ਅੱਜ ਚੇਨਈ ਵਿੱਚ ਚੌਥੀ ਚੌਗਿਰਦਾ ਤੇ ਜਲਵਾਯੂ ਨਿਰੰਤਰਤਾ ਕਾਰਜ ਸਮੂਹ ECSWU ਮੀਟਿੰਗ ਦੇ ਸਮਾਪਤੀ ਸੈਸ਼ਨ 'ਚ ਇੱਕ ਵੀਡੀਓ ਸੰਦੇਸ਼ ਵਿੱਚ ਉਨ੍ਹਾਂ ਸਮਾਜ ਵਿੱਚ ਹਰੇਕ ਵਿਅਕਤੀ ਦੇ ਵਿਕਾਸ ਨੂੰ ਯਕੀਨੀ ਬਣਾਉਣ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਆਲਮੀ ਦੱਖਣ ਦੇ ਦੇਸ਼ ਖਾਸ ਤੌਰ ਤੇ ਜਲਵਾਯੂ ਤਬਦੀਲੀ ਤੇ ਚੌਗਿਰਦਾ ਮੁੱਦਿਆਂ ਨਾਲ ਪ੍ਰਭਾਵਿਤ ਨੇ। ਪ੍ਰਧਾਨ ਮੰਤਰੀ ਨੇ ਪੈਰਿਸ ਸਮਝੌਤੇ ਵਿਖੇ ਸੰਯੁਕਤ ਰਾਸ਼ਟਰ ਜਲਵਾਯੂ ਸੰਧੀ ਤਹਿਤ ਉਠਾਏ ਜਾਣ ਵਾਲੇ ਕਦਮਾਂ ਤੇ ਵਚਨਬੱਧਤਾਵਾਂ ਨੂੰ ਵਧਾਉਣ ਦੀ ਜ਼ਰੂਰਤ ਨੂੰ ਮੁੜ ਦੁਹਰਾਇਆ। ਚੌਗਿਰਦੇ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਭੁਪਿੰਦਰ ਯਾਦਵ ਤੇ ਇੰਡੋਨੇਸ਼ੀਆ ਤੇ ਬ੍ਰਾਜ਼ੀਲ ਤੋਂ ਟਰੱਕਾ ਮੰਤਰੀਆਂ ਨੇ ਵੀ ਇਸ ਮੀਟਿੰਗ ਨੂੰ ਸੰਬੋਧਨ ਕੀਤਾ। ਮਣੀਪੁਰ ਹਿੰਸਾ ਦੇ ਮੁੱਦੇ ਤੇ ਵਿਰੋਧੀ ਪਾਰਟੀਆਂ ਦੇ ਹੰਗਾਮੇ ਤੋਂ ਬਾਅਦ ਸੰਸਦ ਦੇ ਦੋਵੇਂ ਸਦਨਾਂ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ ਗਿਆ। ਰਾਜ ਸਭਾ ਵਿੱਚ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਭਾਪਤੀ ਜਗਦੀਪ ਧਨਖੜ ਨੇ ਕਿਹਾ ਕਿ ਉਨ੍ਹਾਂ ਨੂੰ ਮਣੀਪੁਰ ਦੀ ਸਥਿਤੀ ਤੇ ਨੇਮ 267 ਦੇ ਤਹਿਤ 47 ਨੋਟਿਸ ਮਿਲੇ ਨੇ। ਸ਼੍ਰੀ ਧਨਖੜ ਨੇ ਕਿਹਾ ਕਿ ਉਹ ਪਹਿਲਾਂ ਹੀ ਇਸ ਮਾਮਲੇ ਤੇ ਥੋੜੇ ਸਮੇਂ ਦੀ ਚਰਚਾ ਨੂੰ ਸਵੀਕਾਰ ਕਰ ਚੁੱਕੇ ਨੇ ਤੇ ਸਰਕਾਰ ਪਹਿਲਾਂ ਹੀ ਇਸ ਲਈ ਆਪਣੀ ਇੱਛਾ ਜ਼ਾਹਿਰ ਕਰ ਚੁੱਕੀ ਹੈ। TMC ਕਾਂਗਰਸ ਤੇ ਹੋਰਨਾਂ ਮੈਂਬਰਾਂ ਨੇ ਸਦਨ ਦੇ ਸਾਰੇ ਕੰਮਕਾਜ ਨੂੰ ਮੁਅੱਤਲ ਕਰਕੇ ਨੇਮ 267 ਦੇ ਤਹਿਤ ਮਣੀਪੁਰ ਤੇ ਤੁਰੰਤ ਚਰਚਾ ਕਰਨ ਦੀ ਆਪਣੀ ਮੰਗ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਸਭਾਪਤੀ ਨੇ TMC ਦੇ ਸੰਸਦ ਮੈਂਬਰ ਡੇਰਿਕ ਓ ਬਰਿਆਨ ਦੇ ਵਿਹਾਰ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਬਾਅਦ ਵਿੱਚ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਸਦਨ ਨੇ ਗੋਆ ਤੋਂ ਰਾਜ ਸਭਾ ਮੈਂਬਰ ਵਿਨੇ ਦਿਨੂ ਤੇਂਦੁਲਕਰ ਨੂੰ ਵਿਦਾਇਗੀ ਦਿੱਤੀ ਜੋ ਇਸ ਮਹੀਨੇ ਸੇਵਾ ਮੁਕਤ ਹੋਣ ਜਾ ਰਹੇ ਨੇ। ਲੋਕ ਸਭਾ ਵਿੱਚ ਜਦੋਂ ਦੁਪਹਿਰ 12 ਵਜੇ ਸਦਨ ਦੀ ਪਹਿਲੀ ਮੁਲਤਵੀ ਤੋਂ ਬਾਅਦ ਸਭਾ ਜੁੜੀ ਤਾਂ ਕਾਂਗਰਸ TMC DMK JDU ਤੇ ਹੋਰ ਵਿਰੋਧੀ ਮੈਂਬਰ ਮਣੀਪੁਰ ਮੁੱਦੇ ਨੂੰ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਸਭਾ ਦੇ ਐਨ ਵਿਚਕਾਰ ਆ ਗਏ। ਉਹ ਸਦਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦੀ ਮੰਗ ਕਰ ਰਹੇ ਸਨ। ਇਸ ਦੌਰਾਨ ਸਦਨ ਨੇ 3 ਕਾਨੂੰਨ ਪਾਸ ਕੀਤੇ। ਉਹਨੇ ਖਾਣਾ ਤੇ ਖਣਿਜ ਵਿਕਾਸ ਤੇ ਨੇਮਬੰਦੀ ਸੋਧ ਬਿੱਲ 2023, ਨੈਸ਼ਨਲ ਨਰਸਿੰਗ ਤੇ ਮਿਡਵਾਈਫਰੀ ਕਮਿਸ਼ਨ ਬਿੱਲ 2023 ਤੇ ਨੈਸ਼ਨਲ ਡੈਂਟਲ ਕਮਿਸ਼ਨ ਬਿੱਲ 2023। ਭਾਰਤੀ ਪ੍ਰਬੰਧਨ ਸੰਸਥਾਨ ਸੋਧ ਬਿੱਲ 2023 ਨੂੰ ਸਦਨ ਵਿੱਚ ਪੇਸ਼ ਕੀਤਾ ਗਿਆ। ਹੰਗਾਮਾ ਜਾਰੀ ਰਹਿਣ ਕਾਰਨ ਸਭਾਪਤੀ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ।
भाजपा ने अज संसद की कार्रवाई में विघन पाने लई विरोधी पार्टियां की आलोचना करदਿਆਂ कहा कि देश की तरक्की में रुकावटां पैदा कर रही ने। नवीं दिल्ली में मीडिया को संबोधन करदे होए भाजपा के बुलारे सैयद जफर इस्लाम ने संसद में विरोधी धिरां के मैंबरों वालों काले पहरावे पहनने से सवाल उठाए। उन्होंने दोष लाया कि उन्होंने काम से बिहार ढुकवे नहीं ने। उन्होंने कहा कि कई मुद्दों के बावजूद प्रधानमंत्री नरेंद्र मोदी देश की आर्थिकता को मजबूत करने ते समुची खुशहाली को यकीनी बनाने लई काम कर रहे हैं। उन्होंने कहा कि जदों तो नरेंद्र मोदी प्रधानमंत्री बने ने उन्हों का इको एक मिशन भारत को एक विकसित देश बनाना है। ये खबरां तुसीं आकाशवाणी जलंधर तो सुन रहे हो। भारत के G20 शेरपा अमिताभ कांत ने अज कहा कि आलमी वाधे की रफ्तार मठी होने नाल विश्व में चुनौतीपूर्ण समय का सामना करना पै रहा है। नवीं दिल्ली में नीति आयोग वालों कराई गई आलमी आर्थिकता लई चौगिरदे पक्षी वाधे ते निरंतर रहन योग विकास एजेंडे ते G20 कानफ्रेंस को संबोधन करदਿਆਂ श्री कांत ने कहा कि विश्व सामने अगली चुनौती वाधे की रफ्तार तेज करना है क्योंकि आलमी कर्जा काफी ज्यादा है। केंद्रीय गृह ते सहकारिता मंत्री अमित शाह तो शुरू हो रहे तमिलनाडु के रामानाथपुरम जिले के 2 दिना दौरे ते ने। अपने दौरे के पहले दिन और रामेश्वरम विच तमिलनाडु भाजपा प्रधान अन्नामलाई दी एक मन एक मक्कल मेरी जमीन मेरे लोक पद यात्रा की शुरुआत कर रहे हैं। यह 2024 दी लोकसभा चोणां नूं लैके पार्टी दीआं तैयारियां दा हिस्सा है। प्रधानमंत्री नरेंद्र मोदी इस महीने की 30 तरीक को आकाशवाणी तो मन की बात प्रोग्राम में देश विदेश के लोगों नाल अपने विचार साझे करनगे। इस प्रोग्राम का आकाशवाणी से दूरदर्शन के समुचे नेटवर्क आकाशवाणी समाचार की वैबसाइट newsonair.com ते न्यूज़ ऑन AIR मोबाइल ऐप से सीधा प्रसारण किया जाएगा। यह प्रोग्राम आकाशवाणी समाचार DD न्यूज़ प्रधानमंत्री दफ्तर सूचना ते प्रसारण मंत्रालय के YouTube चैनलों से भी प्रसारित होएगा। इस प्रोग्राम के हिंदी प्रसारण के तुरंत बाद खेतरी भाषावां में इसका प्रसारण किया जाएगा। खेतरी भाषावां विच मन की बात प्रोग्राम का मुड़ प्रसारण राती 8 बजे होएगा। इराक के बगदाद में स्थित श्री गुरु नानक देव जी नाल संबंधित गुरुद्वारा साहिब की मुड़ उसारी लई श्रोमणी गुरुद्वारा प्रबंधक कमेटी वालों भारत सरकार को एक पत्र लिखा जाएगा। यह खुलासा कमेटी के जनरल सकत्तर भाई गुरचरण सिंह गरेवाल ने अज अमृतसर में किया है। उन्होंने दस्सिया कि बीते दिन मिशन बाबा नानक बगदाद नाम की संस्था के प्रधान हरजीत सिंह सोढी ते गुरु साहिब के श्रद्धालु सराज सैयद भवाल ने श्रोमणी कमेटी नाल इच्छा प्रगटाई सी कि बगदाद स्थित श्री गुरु नानक देव जी के गुरुद्वारा साहिब की सेवा कमेटी वालों करवाई जाए। इसलिए भारत सरकार के विदेश मंत्रालय नाल लोड़ींदी लिखा पढ़ी की जाए। उन्होंने कहा कि इतिहासक हवाले नाल अपनी उदासी दौरान श्री गुरु नानक देव जी बगदाद गए सन जिथे उन्हों की याद में गुरुद्वारा साहिब स्थापित किया गया सी। नवीं सिक्ख्या नीति 2020 लागू करने के 3 बारे पूरे हो गए हैं। इन 3 बारियां इस नीति ने बड़े ही हाँ पक्षी नतीजे सामने लियाते ने। इन्होंने नतीजों को वेख के कहा जा सकता है कि नवीं सिक्ख्या नीति 2020 नौजवानों की मदद नाल भारत को एक विकसित देश बनाने की राह से अगे लै जाएगी। इस तरह के विचार डॉक्टर BR अंबेडकर नैशनल इंस्टीट्यूट ऑफ टैक्नोलॉजी जलंधर के डायरैक्टर डॉक्टर विनोद कनौजिया के ने ते उन्हां दी नज़र विच नवीं सिक्ख्या नीति 2020 ने नौजवानों लिए अगे वधण दे नवे राह खोले ने। अगर स्टूडेंट के पॉइंट ऑफ व्यू से देखा जाए तो उसमें टाइम लगेगा कि जो प्रोस्पेक्टस दिखने में एम्प्लॉयबिलिटी का है उसमें टाइम लगेगा NEP 2020 का इफेक्ट दिखने में। जो हम लोगों की NEP 2020 है वो स्टूडेंट के अकॉर्डिंग हुई है, जिससे क्या है कि स्टूडेंट जिस तरह की रिक्वायरमेंट चाहता है, जिस तरह से वो काम करना चाहता है उस तरह से उनको फ्लेक्सिबिलिटी है, ओरिएंटेशन है, जब जो करना चाहता है उस तरह से काम कर सकता है। एक बहुत बड़ा योगदान रहेगा कि ये सबसे बड़ा या किसी कंट्री के लिए कंट्री का डेवलपमेंट एजुकेशन से ही होता है, वो उस तरफ हम लोगों का काफी फोकस हो गया है, इनोवेशन पे, एंटरप्रेन्योरशिप पे। भारत सरकार के सूचना ते प्रसारण मंत्रालय तहत पत्र सूचना दफ्तर वालों दूरदर्शन केंद्र जलंधर विखे अज अंतर मीडिया प्रचार तालमेल कमेटी की मीटिंग का प्रबंध किया गया। इस विच केंद्र सरकार के वक्-वक् विभागों के नुमाइंदियों ने हिस्सा लिया। मीटिंग की प्रधानगी सूचना ते प्रसारण मंत्रालय के उत्तरी खेत्र के एडिशनल DG राजिंदर चौधरी ने की। उन्होंने विभागों को वड्डी पद्धर से प्रचार वास्ते PIB नाल संपर्क करने की आख्या। विभागों ने प्रचार वास्ते प्लेटफॉर्म मुहैया कराने लिए PIB वालों किए जा रहे यत्नों की शलाघा की। मीटिंग में फैसला लिया गया कि सारे विभाग अपने विकास कार्यों लिए PIB नाल संपर्क रखेंगे तां जो ये कार्य मीडिया राहीं वध तों वध लोकां तक पहुंच सकन। आखिर विच खास खबरां एक बार फिर सुन लो। प्रधानमंत्री नरेंद्र मोदी ने गांधीनगर गुजरात में सैमीकॉन इंडिया 2023 सम्मेलन का उद्घाटन किया है। उन्होंने कहा कि अज सैमीकंडक्टर सनत नूं भारत में वड्डे पद्धर से हुनर होने करके इस विच विश्वास है। चेन्नई में चौगिरदे ते जलवायु निरंतरता कार्य समूह की मीटिंग में संबोधन करते हुए प्रधानमंत्री ने पेरिस समझौते तहत कार्रवाइयां वधाउण की मंग की है। मणिपुर हिंसा के मुद्दे ते
ਹੰਗਾਮੇ ਦੌਰਾਨ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਅੱਜ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ।